प्रवासी पंजाबियों का दिल किसानों के लिए धड़कदा रहा। सत श्री अकाल जी दा खालस टीवी की खास रिपोर्ट दे विच सब दा स्वागत है। मैं हरशरण कौर। अज दी खास रिपोर्ट दे विच गल करांगे किसानां दे नाल जुड़े उन्हां लोकां दी जिहड़े किसानां दे कोल तां नहीं पहुंच सके, पर उन्हां दा जिहड़ा हर टाइम दिल इधर ही लग्या रहिंदा सी, मोर्चे दीयां खबरां ही सुणदे रहिंदे सी, मोर्चे दे नाल ही जुड़े रहिंदे सी। किसानां दी फतेह होई है, जित हासिल होई है, ਤਾਂ ਉਹਨਾਂ ਦਾ ਜ਼ਿਕਰ ਕਰਨਾ ਵੀ ਬੜਾ ਜ਼ਰੂਰੀ ਹੈ। ਵੱਡੀ ਗਿਣਤੀ ਦੇ ਵਿੱਚ ਪੰਜਾਬੀ ਚਾਹੇ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ਵਿੱਚ ਜਾ ਵਸੇ ਨੇ, ਪਰ ਉਹ ਆਪਣੀ ਧਰਤੀ ਦੇ ਨਾਲੋਂ ਨਹੀਂ ਟੁੱਟ ਸਕੇ ਤੇ ਨਾ ਹੀ ਸ਼ਾਇਦ ਟੁੱਟ ਸਕਦੇ ਨੇ। 7 ਸਮੁੰਦਰ ਪਾਰ ਬਹਿ ਕੇ ਵੀ ਆਪਣੇ ਇੱਧਰ ਬਾਰੇ ਉਹ ਲਗਾਤਾਰ ਚਿੰਤਤ ਰਹਿੰਦੇ ਨੇ। 3 ਖੇਤੀ ਕਾਨੂੰਨਾਂ ਦੇ ਬਾਰੇ ਜਿਵੇਂ ਉਹਨਾਂ ਨੇ ਫਿਕਰਮੰਦੀ ਕੀਤੀ, ਸਿਰਫ ਫਿਕਰਮੰਦੀ ਹੀ ਨਹੀਂ ਬਲਕਿ ਹਮਾਇਤ ਵੀ ਕੀਤੀ, ਡਟ ਵੀ ਹਮਾਇਤ ਕੀਤੀ, ਕਿਉਂਕਿ ਆਰਥਿਕ ਪੱਖ ਤੋਂ ਵੀ ਬਹੁਤ ਜ਼ਰੂਰੀ ਹੁੰਦਾ ਹੈ ਮਦਦ ਕਰਨਾ। ਕਿਤੇ ਵੀ ਤੁਸੀਂ ਕੋਈ ਵੀ संघर्ष शुरू करना है तो ਉਹਦੇ ਵਿੱਚ पैसे की बड़ी लोड़ होंदी है, तो पैसे की थोड़ है जिहड़ी ਉਹ सारी प्रवासियों ने पूरी कर दी। असल दे विच प्रवासियों का मोह जित का अटुट अंग बनया है। किसान अंदोलन की फतेह विचों प्रवासियों नूं मनफी करके असीं वेख ही नहीं सकते। प्रवासियों की मायक निजी ते सद्भावना की मदद ने किसान अंदोलन नूं वड्डा बल दिता है। ਜਦੋਂ 19 नवंबर ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਦੇ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ, ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਬਿਆਨ ਦਿੱਤਾ ਸੀ ਤੇ ਪ੍ਰਧਾਨ ਮੰਤਰੀ ਦਾ ਹਾਲਾਂਕਿ ਉਹਨਾਂ ਨੇ ਧੰਨਵਾਦ ਵੀ ਕੀਤਾ ਸੀ, ਪਰ ਨਾਲ ਹੀ ਉਹਨਾਂ ਨੇ ਪ੍ਰਵਾਸੀ ਪੰਜਾਬੀਆਂ ਦਾ ਸਿੱਖਾਂ ਦੇ ਯੋਗਦਾਨ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਸੀ। ਉਹਨਾਂ ਕਿਹਾ ਕਿ ਸਭ ਤੋਂ ਵੱਧ ਸਮਾਂ ਵੀ ਇਹਦੇ ਵਿੱਚ ਸਿੱਖ ਸਰਦਾਰਾਂ ਨੇ ਲਾਇਆ ਹੈ ਤੇ ਸਭ ਤੋਂ ਵੱਧ ਪੈਸਾ ਵੀ ਸਾਡੇ ਸਿੱਖਾਂ ਨੇ ਹੀ ਦਿੱਤਾ ਹੈ। ਲੰਗਰ ਵੀ ਸਿੱਖਾਂ ਨੇ ਲਾਏ, ਉਹਨਾਂ ਦੀ ਹਰ ਪਾਸੇ ਤੋਂ ਸ਼ਮੂਲੀਅਤ ਰਹੀ ਹੈ, ਚਾਹੇ ਉੱਥੇ ਉਹ ਸਰੀਰਕ ਤੌਰ ਤੇ ਜਾ ਕੇ ਸ਼ਾਮਲ ਹੋਏ ਨੇ ਜਾਂ ਫਿਰ ਪੈਸਾ ਜੇ ਲਾਇਆ ਹੈ ਤਾਂ ਸਭ ਤੋਂ ਵੱਧ ਸਿੱਖਾਂ ਨੇ ਹੀ ਲਾਇਆ ਹੈ। ਤੇ ਇਸ ਗੱਲ ਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ, ਇਹ ਸਭ ਨੂੰ ਦਿਸਦਾ ਵੀ ਹੈ। ਸਿੱਖ ਨਿਸ਼ਾਨ ਉਹਨਾਂ ਨੂੰ ਚੁਭਦਾ ਸੀ। ਇਹ ਬਹੁਤ ਵੱਡਾ ਇੱਕ ਫੈਸਲਾ ਹੈ ਪ੍ਰਧਾਨ ਮੰਤਰੀ ਸਾਹਿਬ ਦਾ, ਔਰ ਜਿੰਨੇ ਵੀ ਇਸ ਫੈਸਲੇ ਨਾਲ ਮੈਂ ਉਹਨਾਂ ਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਇੱਕ ਖੇਤੀ ਕਾਨੂੰਨ ਬਿੱਲ ਰੱਦੀ ਨਹੀਂ ਹੋਏ ਬਲਕਿ ਇੱਕ ਬਹੁਤ ਵੱਡੀ ਸਾਡੀ ਵਿਪਤਾ ਜਿਹੜੀ ਹੈ ਉਹ ਦੂਰ ਕੀਤੀ ਹੈ। ਠੀਕ ਹੈ, ਇਸ ਅੰਦੋਲਨ ਦੇ ਦੌਰਾਨ ਕੁਝ ਜਾਨਾਂ ਗਈਆਂ ਨੇ, ਉਹਨਾਂ ਦਾ ਅਫਸੋਸ ਹੈ, ਹਮੇਸ਼ਾ ਰਹੇਗਾ। ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਜੇ ਕਿਸੇ ਦਾ ਪੈਸਾ ਖਰਚ ਹੋਇਆ ਤੇ ਉਹ ਸਿੱਖਾਂ ਦਾ ਪੈਸਾ ਖਰਚ ਹੋਇਆ, ਵਿਦੇਸ਼ੀ ਸਿੱਖਾਂ ਦਾ ਪੈਸਾ ਖਰਚ ਹੋਇਆ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਜੇ ਇਸ ਅੰਦੋਲਨ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਤਾਂ ਉਹ ਲੋਕ ਸ਼ਾਮਲ ਹੋਏ ਨੇ ਜਿਹੜੇ ਸਿੱਖ ਸੈਂਟੀਮੈਂਟ ਨਾਲ ਜੁੜੇ ਸਿੱਖ ਪਰਿਵਾਰ ਹੈ, ਸਿੱਖ ਲੋਕ ਹੈ। ਸਿੱਖਾਂ ਨੇ ਇਸ ਅੰਦੋਲਨ ਦੇ ਵਿੱਚ ਜੀ ਜਾਨ ਦੇ ਨਾਲ, ਤਨਦੇਹੀ ਦੇ ਨਾਲ ਆਪਣਾ ਯੋਗਦਾਨ ਪਾਇਆ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ, ਆਰਥਿਕ ਮਦਦ ਦੇ ਰੂਪ ਦੇ ਵਿੱਚ, ਸ਼ਮੂਲੀਅਤ ਦੇ ਰੂਪ ਦੇ ਵਿੱਚ। ਔਰ ਇਹੋ ਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲਾ ਦਿਨ ਚੁਣਿਆ ਐਲਾਨ ਕਰਨ ਦੇ ਲਈ ਖੇਤੀ ਬਿੱਲਾਂ ਨੂੰ ਰੱਦ ਕਰਨ ਦਾ, ਕਿਉਂਕਿ ਭਾਰਤ ਸਰਕਾਰ ਵੀ ਸਮਝਦੀ ਹੈ ਕਿ ਸਿੱਖ ਇਹਨਾਂ ਕਾਨੂੰਨਾਂ ਤੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਨਿਰਾਸ਼ ਨੇ, ਖਾਸ ਤੌਰ ਤੇ ਜਿਹੜੇ ਕਿਸਾਨੀ ਨਾਲ ਜੁੜੇ ਨੇ। ਅੰਦਾਜ਼ੇ ਦੇ ਮੁਤਾਬਿਕ ਵਿਦੇਸ਼ਾਂ 'ਚ ਵਸਦੇ ਭਾਰਤੀਆਂ ਦੀ ਗਿਣਤੀ 2 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਜਿਸ ਮੁਲਕ ਦੇ ਵਿੱਚ ਵੀ ਇਹ ਟਿਕੇ ਹੋਏ ਨੇ, ਉਹਨਾਂ ਨੇ ਉੱਥੇ ਖੜ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਕੋਈ ਮਰਜ਼ੀ ਮੁਲਕ ਹੋਵੇ, ਕੈਨੇਡਾ ਹੋਵੇ, ਅਮਰੀਕਾ ਹੋਵੇ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਯੂਰਪ ਕੰਟਰੀਜ਼ ਹੋਣ, ਜੋ ਵੀ ਮੁਲਕ ਹੈਗਾ ਦੁਨੀਆ ਤੇ ਜਿੱਥੇ ਵੀ ਪੰਜਾਬੀ ਵਸਦੇ ਨੇ, ਹਰ ਮੁਲਕ ਦੇ ਵਿੱਚ ਪੰਜਾਬੀਆਂ ਨੇ ਆਪਣੇ ਕਿਸਾਨ ਭਰਾਵਾਂ ਦੇ ਲਈ, ਅੰਨਦਾਤੇ ਦੇ ਲਈ ਆਵਾਜ਼ ਬੁਲੰਦ ਕੀਤੀ ਤੇ ਉਹਨਾਂ ਦੀ ਆਵਾਜ਼ ਜਦੋਂ ਉਧਰ ਬੁਲੰਦ ਹੋਈ ਤਾਂ ਕੌਮਾਂਤਰੀ ਹਸਤੀਆਂ ਦੀ ਨਜ਼ਰ ਵੀ ਕਿਸਾਨ ਮੋਰਚੇ ਤੇ ਪਈ, ਕਿਸਾਨਾਂ ਦੇ ਸੰਘਰਸ਼ ਤੇ ਪਈ ਤੇ ਉਹਨਾਂ ਨੇ ਵੀ ਉੱਚੀ ਆਵਾਜ਼ ਹੈ ਜਿਹੜੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਕੱਢੀ।
ਪ੍ਰਵਾਸ ਵਾਲੇ ਮੁਲਕਾਂ ਵਿਚਲੇ ਭਾਰਤੀ ਹਾਈ ਕਮਿਸ਼ਨਰਾਂ ਜਾਂ ਰਾਜਦੂਤਾਂ ਨੂੰ ਚਿੱਠੀਆਂ ਲਿਖ ਕੇ 3 ਖੇਤੀ ਕਾਨੂੰਨ ਰੱਦ ਕਰਨ ਦੀ ਇਹ ਸਾਰੇ ਮੰਗ ਕਰਦੇ ਰਹੇ। ਆਪਣੇ ਦੇਸ਼ ਦੀਆਂ ਸਰਕਾਰਾਂ ਤੇ ਵੀ ਇਹਨਾਂ ਨੇ ਲਗਾਤਾਰ ਦਬਾਅ ਬਣਾ ਕੇ ਰੱਖਿਆ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਲੂਣਾ ਦਿੰਦੇ ਰਹਿਣ ਕਿ ਆਪਣੇ ਕਿਸਾਨਾਂ ਦੀ ਗੱਲ ਸੁਣੋ। ਇਨ੍ਹਾਂ ਪ੍ਰਵਾਸੀ ਪੰਜਾਬੀਆਂ ਨੇ ਭਾਰਤੀ ਹਾਈ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਮੂਹਰੇ ਅੰਦੋਲਨ ਦੇ ਹੱਕ ਵਿੱਚ ਵਿਖਾਵੇ ਕੀਤੇ। ਵਿਸ਼ਵ ਦੇ 50 ਤੋਂ ਵੱਧ ਮੁਲਕਾਂ ਦੇ ਵਿੱਚ ਇਹਨਾਂ ਸਾਰਿਆਂ ਨੇ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਈ। ਉਹਨਾਂ ਦੇ ਹੱਕ ਵਿੱਚ ਹਿੱਕ ਢਾਹ ਕੇ ਖੜ ਗਏ। ਸੜਕਾਂ ਤੇ ਨਿਕਲ ਕੇ ਲਗਾਤਾਰ ਮੁਜ਼ਾਹਰੇ ਕਰਦੇ ਰਹੇ। ਇੰਗਲੈਂਡ ਦੇ ਵਿੱਚ ਲੰਡਨ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਲੋਕ ਖੜੇ ਦੇਖੇ ਗਏ। ਦੂਜੇ ਸ਼ਹਿਰਾਂ ਤੋਂ ਲੰਡਨ ਨੂੰ ਬੱਸਾਂ ਭਰ ਪਹੁੰਚਦੀਆਂ ਰਹੀਆਂ। ਨਵੰਬਰ ਦੇ ਪਹਿਲੇ ਹਫ਼ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਗਲੈਂਡ ਦੇ ਵਿੱਚ ਇੱਕ ਸੰਮੇਲਨ ਦੇ ਵਿੱਚ ਹਿੱਸਾ ਲੈਣ ਗਏ ਸੀ ਤਾਂ ਹਜ਼ਾਰਾਂ ਲੋਕਾਂ ਨੇ ਉੱਥੇ ਪ੍ਰਧਾਨ ਮੰਤਰੀ ਮੋਦੀ ਦੇ ਵਿਰੋਧ ਵਿੱਚ ਨਾਅਰੇ ਵੀ ਲਾਏ ਅਤੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਵੀ ਕੀਤੀ। ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਇਸ ਵਕਤ 1.5 ਦਰਜਨ ਦੇ ਕਰੀਬ ਭਾਰਤੀ ਮੂਲ ਦੇ ਐਮਪੀ ਨੇ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਢਾਲ ਬਣ ਕੇ ਖੜੇ। ਸਲੋ ਤੋਂ ਐਮਪੀ ਅਤੇ ਰੇਲਵੇ ਮੰਤਰੀ ਧਨਮਨਜੀਤ ਸਿੰਘ ਢੇਸੀ ਨੇ ਤਾਂ ਯੋਜਨਾਬੱਧ ਤਰੀਕੇ ਨਾਲ ਇੱਕ ਲਹਿਰ ਖੜੀ ਕਰ ਦਿੱਤੀ ਸੀ। ਉਥੋਂ ਦੀ ਸੰਸਦ ਦੇ ਵਿੱਚ 3 ਖੇਤੀ ਕਾਨੂੰਨਾਂ ਤੇ 1.5 ਘੰਟੇ ਬਹਿਸ ਵੀ ਹੋਈ ਜੋ ਆਪਣੇ ਆਪ ਦੇ ਵਿੱਚ ਉਦਾਹਰਨ ਬਣੀ ਹੈ, ਇਤਿਹਾਸ ਬਣੀ ਹੈ। ਕੈਨੇਡਾ ਦੇ ਵਿੱਚ ਪ੍ਰਵਾਸੀ ਭਾਰਤੀ ਪੰਜਾਬੀਆਂ ਦੀ ਗਿਣਤੀ ਸਿਆਸਤ ਦੇ ਵਿੱਚ ਫੈਸਲਾਕੁਨ ਰੋਲ ਅਦਾ ਕਰ ਰਹੀ ਹੈ ਤੇ ਇਹਨਾਂ ਪ੍ਰਵਾਸੀ ਪੰਜਾਬੀਆਂ ਦੇ ਵਿੱਚ ਜ਼ਿਆਦਾਤਰ ਗਿਣਤੀ ਸਿੱਖਾਂ ਦੀ ਹੈ। ਉਹਨਾਂ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਰਕਾਰ ਦੇ ਨਾਲ ਗੱਲਬਾਤ ਤੋਰਨ। ਕੈਨੇਡਾ ਤੋਂ ਜਗਮੀਤ ਸਿੰਘ ਜਿਹੜੇ ਕਿ ਐਨਡੀਪੀ ਦੇ ਲੀਡਰ ਨੇ, ਪਾਰਟੀ ਦੇ ਵੱਡੇ ਲੀਡਰ ਨੇ, ਸੈਂਟ ਜੋਨ ਈਸਟ ਤੋਂ ਜੈਕ ਹੈਰਿਸ ਨੇ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਟਵੀਟ ਕਰਕੇ ਲਾਹਨਤਾਂ ਪਾਈਆਂ। ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਗੁਰਰਤਨ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਹੱਥ ਖੜਾ ਕਰਕੇ ਭਾਰਤ ਸਰਕਾਰ ਨੂੰ ਤਾਨੇ ਦਿੱਤੇ। ਆਸਟ੍ਰੇਲੀਆ ਦੇ ਪਾਰਲੀਮੈਂਟ ਦੇ ਵਿੱਚ ਵੀ ਕਿਸਾਨਾਂ ਦਾ ਮਸਲਾ ਗੂੰਜਿਆ। ਕਿਸਾਨਾਂ ਨੂੰ ਇਨਸਾਫ ਦੇਣ ਦੀ ਅਪੀਲ ਕੀਤੀ ਗਈ। ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਵਿੱਚ ਲੋਕ ਚੌਂਕਾਂ ਤੇ ਖੜ ਕੇ ਹਮਾਇਤ ਦਿੰਦੇ ਰਹੇ ਤੇ ਅਮਰੀਕਾ ਵੀ ਪਿੱਛੇ ਨਹੀਂ ਰਿਹਾ। ਅਮਰੀਕਾ ਦੇ ਵਿੱਚ ਵੀ ਵੱਡੇ ਸ਼ਹਿਰਾਂ ਦੇ ਵਿੱਚ ਵੀਕਐਂਡ ਦੇ ਉੱਤੇ ਰੈਲੀਆਂ ਲਗਾਤਾਰ ਹੁੰਦੀਆਂ ਰਹੀਆਂ। ਪੂਰਾ 1 ਸਾਲ ਇਹੋ ਜਿਹੀਆਂ ਜਿਹੜੀਆਂ ਤਸਵੀਰਾਂ ਸਾਨੂੰ ਲਗਾਤਾਰ ਵੇਖਣ ਨੂੰ ਮਿਲਦੀਆਂ ਰਹੀਆਂ ਤੇ ਹੁਣ ਜਦੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਗਏ ਨੇ ਤਾਂ ਇੱਥੇ ਲੋਕਾਂ ਨੇ ਖੂਬ ਜਸ਼ਨ ਮਨਾਏ ਨੇ। ਜਿਵੇਂ ਪੰਜਾਬ ਦੇ ਵਿੱਚ, ਜਿਵੇਂ ਭਾਰਤ ਦੇ ਵਿੱਚ ਕਿਸਾਨਾਂ ਨੇ ਆਪਣੀ ਜਿੱਤ ਦੇ ਜਸ਼ਨ ਮਨਾਏ ਨੇ। ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਤਾਂ ਕੈਨੇਡਾ ਦੇ ਕੈਲਗਰੀ ਸੂਬੇ ਦੀ ਪਾਰਲੀਮੈਂਟ ਦੇ ਵਿੱਚ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ। Sikhs across the world celebrated Gurpurab, or the birth of Guru Nanak Dev Ji, who taught the lessons of remembering God, earning an honest living, and sharing with others. To celebrate Gurpurab, Red FM and the Dashmish Culture Centre, under the leadership of President Amanpreet Singh Gill and the entire executive committee, raised over $700,000 in one day from Sangat for the Mata Sahib Kaur Ji Women and Children's Transitional Housing. Congratulations to everyone on this amazing initiative. It was an extra special Gurpurab, Mr. Speaker, as we saw the announcement of the repeal of 3 farm bills in India. Our Kisan farmers, brothers, sisters, and respected elders in India have been peacefully protesting over the last year in the cold streets and even faced attacks, but they persevered through their dedication. We thank each and every one of them for their incredible sacrifices and pray for their good health, success, and prosperity. Kisan Mazdoor Ekta. ਇੱਕ ਹੋਰ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਵਿਦੇਸ਼ ਵਿੱਚ ਵਸਦੇ 2 ਕਰੋੜ ਭਾਰਤੀਆਂ ਵਿੱਚੋਂ 50 ਲੱਖ ਤਾਂ ਇਕੱਲੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ। ਇਹਨਾਂ ਵਿੱਚੋਂ 2 ਲੱਖ ਤੋਂ ਵੱਧ ਗਿਣਤੀ ਸਿੱਖਾਂ ਦੀ ਹੈ। 10 ਲੱਖ ਦੇ ਕਰੀਬ ਸਿੱਖ ਇੰਗਲੈਂਡ ਤੇ ਕੈਨੇਡਾ ਵਿੱਚ ਵਸਦੇ ਨੇ ਤੇ ਇੱਥੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਦੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਦਿੱਤੀ ਆਖਰੀ ਤਕਰੀਰ, ਜੇਤੂ ਸਪੀਚ ਜਿਹਨੂੰ ਕਿਹਾ ਜਾ ਸਕਦਾ ਹੈ, ਉਸ ਦਾ ਹਵਾਲਾ ਦਿੱਤੇ ਬਿਨਾਂ NRI ਭਾਈਚਾਰੇ ਦੀ ਗੱਲ ਅਧੂਰੀ ਰਹਿ ਜਾਏਗੀ, ਜਿਹਦੇ ਵਿੱਚ ਰਾਜੇਵਾਲ ਨੇ ਕਿਹਾ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ 3 ਖੇਤੀ ਕਾਨੂੰਨ ਰੱਦ ਕਰਨ ਦੇ ਲਈ ਐਵੇਂ ਮਜਬੂਰ ਨਹੀਂ ਹੋਇਆ। ਰਾਜੇਵਾਲ ਮੁਤਾਬਿਕ ਮੋਦੀ ਨੇ ਉਦੋਂ ਹੀ ਖੇਤੀ ਕਾਨੂੰਨ ਵਾਪਸ ਲੈਣ ਦਾ ਮਨ ਬਣਾ ਲਿਆ ਸੀ
ਜਦੋਂ ਵਿਦੇਸ਼ ਦੀ ਧਰਤੀ ਉੱਤੇ ਹੋਏ ਇੱਕ ਸਮਾਗਮ ਦੇ ਵਿੱਚ 90 ਮੁਲਕਾਂ ਦੇ ਨੁਮਾਇੰਦਿਆਂ ਨੇ ਮੋਦੀ ਦੇ ਭਾਸ਼ਣ ਦਾ ਬਾਈਕਾਟ ਕਰ ਦਿੱਤਾ ਸੀ, ਜਦੋਂ ਉਹਨਾਂ ਦੇ ਹੱਥਾਂ ਵਿੱਚ ਇੱਕ ਪੇਪਰ ਪਹੁੰਚਿਆ ਕਿ ਇਹ ਉਹ ਸ਼ਖਸ ਹੈ ਜਿਸ ਨੇ ਪਹਿਲਾਂ ਗੁਜਰਾਤ ਦੇ ਵਿੱਚ ਦੰਗੇ ਕਰਵਾਏ ਸੀ। ਉਸ ਤੋਂ ਬਾਅਦ ਯੂਪੀ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਬਾਰੇ ਕਰਾਏ ਸਰਵੇਖਣਾਂ ਨੇ ਮੋਦੀ ਦੀ ਨੀਂਦ ਹੀ ਨਹੀਂ ਉਡਾਈ, ਬਲਕਿ ਉਸ ਨੂੰ ਮਾਨਸਿਕ ਤੌਰ ਤੇ ਹੇਠਾਂ ਵੀ ਸੁੱਟ ਦਿੱਤਾ ਸੀ। ਰਾਜੇਵਾਲ ਨੇ ਕਿਹਾ ਕਿ ਯੂਪੀ ਬਾਰੇ ਕਰਵਾਏ 2 ਸਰਵੇਖਣਾਂ ਦੀ ਪਿਛਲੀ ਰਿਪੋਰਟ ਦੇ ਅੰਕੜੇ ਸਾਫ਼ ਦੱਸਦੇ ਨੇ ਕਿ ਬਰਾਸਤਾ ਯੂਪੀ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ 2024 ਦੇ ਵਿੱਚ ਹੱਥ ਨਹੀਂ ਪੈਣ ਵਾਲਾ। ਸੱਤਾ ਖੁੱਸਣ ਦੇ ਡਰੋਂ ਤੜਫੇ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਆਪਣੇ ਲੁੰਗ ਲਾਣੇ ਦੇ ਨਾਲ ਸਲਾਹ ਕੀਤੇ ਬਿਨਾਂ ਹੀ 3 ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ। ਸਰਕਾਰ ਨੇ ਬਣਾਏ ਸੀ, ਅੱਜ ਪ੍ਰਧਾਨ ਮੰਤਰੀ ਨੇ ਖੁਦ ਮੰਨਿਆ ਵੀ ਉਹ ਸਾਡੇ ਕੋਲੋਂ ਗਲਤ ਕੰਮ ਹੋਇਆ ਔਰ ਉਹ ਕਾਨੂੰਨ ਵਾਪਸ ਲਏ ਜਾਣਗੇ। ਸਾਰੇ ਖੁਸ਼ੀ ਦੀ ਲਹਿਰ ਹੈ, खुशी होनी भी चाहिए है। तुसी जिस तरह कालना काली जिस तरह सारी दुनिया च बैठे लोगों ने इस मोर्चे में सपोर्ट किया, जिस तरह इस देश में बैठे सारे लोगों ने इनू hungaरा दिता, उहदा नतीजा भी अज सरकार नू अपनी गलती मननी पई है। ते फिर भी उहदे लई जो भी गलती देर आए दुरुस्त आए, प्रधानमंत्री ने जो ऐलान किया है उहदे लई उन्हां दा धन्नवाद भी करना बनता है, मैं धन्नवाद करदा। पर हाले साड़ी तसल्ली नहीं, हालां तक MSP के उत्ते प्रधानमंत्री ने मूँह नहीं खोलिया उहदा कानून किवें बनाउणा है, और जिन्नी देर तक पार्लीमेंट विच ये पास नहीं हो जाता, उन्होंने कहा असीं पार्लीमेंट च पास करांगे, कर देण पास, असीं धन्नवादी होवांगे और असीं फिर पास होने तो बाद ही उठांगे। पर नाल ही उहदे जिहड़ी मेन मंग है जिहड़ी, क्योंकि पंजाब और हरियाणे की MSP की प्रॉब्लम नहीं, देश के बाकी सूबे जिन्ने भी किसान ने उन्हों का बहुत वड्डी पद्धर ते शोषण हुंदा है। जिन्नी देर तक MSP का कानून नहीं बनता उन्होंने राहत नहीं मिलनी। इस करके MSP के कानून बारे हाले गल बाकी है, इसनू ठीक है खुशी मनाउणी बनती है, पर जिन्नी देर तक MSP का कानून नहीं बनता और ये सारे जिहड़े ऐलान किए गए ने 3 कानून वापस लैण दे, इन्हां नूं पार्लीमेंट दे विच पास नहीं किया जाता, उदों तक साडा मोर्चा जारी रहेगा। असीं उदों ही उठ के जावांगे जदों पार्लीमेंट के सैशन च सारा कुछ सारियां मंगां प्रवान करन दा ऐलान नहीं हो जाता। आज मैं आपको, पूरे देश को ये बताने आया हूं कि हमने 3 कृषि कानूनों को वापस लेने का, रिपील करने का निर्णय लिया है। इस महीने के अंत में शुरू होने जा रहे संसद सत्र में, इसी महीने में हम 3 कृषि कानूनों को रिपील करने की संवैधानिक प्रक्रिया को पूरा कर देंगे। साथियों, मैं आज अपने सभी आंदोलनरत किसान साथियों से आग्रह कर रहा हूं, आज गुरु पर्व का पवित्र दिन है। अब आप अपने अपने घर लौटे, अपने खेत में लौटे, अपने परिवार के बीच लौटे। आइए एक नई शुरुआत करते हैं। ਸੋ 3 ਖੇਤੀ ਕਾਨੂੰਨ ਥੋਪਣ ਨਾਲ ਜਿੱਥੇ ਭਾਰਤ ਸਰਕਾਰ ਦੀ ਵਿਦੇਸ਼ਾਂ ਦੇ ਵਿੱਚ ਬਦਨਾਮੀ ਹੋਈ, ਉਤੇ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀਆਂ ਦੀ ਹਮਾਇਤ ਦੇ ਨਾਲ ਕਿਸਾਨ ਅੰਦੋਲਨ ਜੇਤੂ ਹੋ ਨਿਬੜਿਆ। ਜਦੋਂ ਕਦੇ ਵੀ ਕਿਸਾਨ ਸੰਘਰਸ਼ ਦੀ ਗੱਲ ਤੁਰੇਗੀ ਤਾਂ ਪ੍ਰਵਾਸੀ ਪੰਜਾਬੀਆਂ ਦੇ ਵੱਲੋਂ, ਸਿੱਖਾਂ ਦੇ ਵੱਲੋਂ ਪਾਏ ਜਾਂਦੇ ਯੋਗਦਾਨ ਦੀ ਚਰਚਾ ਬਰਾਬਰ ਹੁੰਦੀ ਰਹੇਗੀ। ਧੰਨਵਾਦ।